ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਗੱਲ ਕਰ ਲੈਂਦੇ ਹਾਂ ਗੈਂਗਸਟਰ ਜੈਪਾਲ ਭੁੱਲਰ ਦੀ। ਇਹ ਕੈਟਾਗਰੀ ਦਾ ਗੈਂਗਸਟਰ ਜਿਸ ਦਾ ਕੋਲਕਾਤਾ ਦੇ ਵਿੱਚ ਐਨਕਾਊਂਟਰ ਹੋਇਆ ਸੀ। ਕੋਲਕਾਤਾ STF ਨੇ ਐਨਕਾਊਂਟਰ ਕੀਤਾ ਸੀ ਔਰ ਓਕੂ ਪੰਜਾਬ ਦੀ ਟੀਮ ਉੱਥੇ ਮੌਜੂਦ ਰਹੀ ਸੀ। ਲੇਕਿਨ ਇਸ ਐਨਕਾਊਂਟਰ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਜੈਪਾਲ ਭੁੱਲਰ ਦੇ ਪਰਿਵਾਰ ਦੀ ਤਰਫੋਂ ਕਿ ਜੈਪਾਲ ਭੁੱਲਰ ਨੂੰ गिरफ्तार किया गया सी, उस तो बाद इसनू इंटैरोगेट किया गया। इंटैरोगेट तो बाद आ जिहड़ी एनकाउंटर है इसकी कहानी बनाई गई है। एक वड्डा मसला बनता जा रहा है। एलीगेशन जिहड़े STF कोलकाता ते लाए जा रहे हैं और नाल नाल पंजाब ओकू टीम ते जिहड़े वड्डे एलीगेशन लाए जा रहे हैं। इसनू लैके कल भी पंजाब हरियाणा हाई कोर्ट दे विच एक वड्डी सुनवाई हुई सी जिस दे विच डिमांड की गई सी कि जैपाल भुल्लर की जिहड़ी डैड बॉडी है इसका दोबारा तो पोस्टमार्टम कराया जाए। जब तक पोस्टमार्टम नहीं होता तो पंजाब सरकार जैपाल भुल्लर की जिहड़ी बॉडी है उसनू प्रिजर्व करे ताकि जिहड़ी बॉडी खराब होंदी हुई नज़र ना आए। लेकिन उस पटीशन के उपर सुनवाई तो बाद राहत मिलती नज़र नहीं आई सी, जिस तो बाद परिवार जिहड़ा सुप्रीम कोर्ट मूव करता होया नज़र आया और सुप्रीम कोर्ट ने अज इस परिवार नू एक वड्डी राहत दी है। की राहत दी है इसनू लैके एडवोकेट सिमरजीत सिंह साडे नाल ने गलबात करने आ। सर, सुप्रीम कोर्ट रातों रात पहुंच गए, तुसी रातों रात इस मसले के उपर पटीशन फाइल होगी और अज इस मसले के उपर ऑर्डर भी आ गए कि कुछ ऑर्डरां दे विच रहा कदों तुसी आ पटीशन फाइल कीती सी, इस दे बारे दस दिओ। जी सिचुएशन हैगी जी बड़ी एक्सट्राऑर्डनरी हैगी है। असी लास्ट सबमिशन कल कोर्ट दे विच कीती सी कि 9 तरीक का इनकाउंटर होया है। अज एप्रोक्सीमेटली 9 दिन हो गए ने। ਡੈਡ ਬੋਡੀ ਨੂੰ ਨਾ ਤਾਂ ਡਿਪਟੀ ਕਮਿਸ਼ਨ ਵੱਲੋਂ ਨਾ STM ਵੱਲੋਂ ਨਾ ਸਿਵਲ ਸਰਜਨ ਵੱਲੋਂ ਕੋਈ ਪ੍ਰੀਕਾਸ਼ਨਸ ਲਈਆਂ ਗਈਆਂ ਨੇ, ਹੈ ਨਾ। ਉੱਥੇ ਕੋਈ ਬੜਾ ਰਿਮੋਟ ਏਰੀਆ ਹੈ ਫਿਰੋਜ਼ਪੁਰ, ਪ੍ਰੋਪਰ ਅਰੇਂਜਮੈਂਟਸ ਤੋਂ ਬਿਨਾਂ ਜਿਹੜੀ ਡੈਡ ਬੋਡੀ ਹੈ ਖਰਾਬ ਹੋ ਰਹੀ ਹੈ। ਸੋ ਅਸੀਂ ਕੱਲ ਕੋਰਟ ਨੂੰ ਇੱਕ ਸਬਮਿਸ਼ਨ ਕੀਤੀ ਸੀ ਵੀ ਲੀਸਟ ਜੁਰਿਸਡਿਕਸ਼ਨ ਬਣਦਾ ਕਿ ਨਹੀਂ ਬਣਦਾ, ਤੁਸੀਂ ਸਾਡੇ ਐਟ ਔਨ ਕਾਸਟ ਸਾਡੇ ਖਰਚੇ ਤੇ ਡੈਡ ਬੋਡੀ ਨੂੰ PGI ਦੇ ਵਿੱਚ ਮੈਡੀਕਲ स्पैशलिस्ट की सुपरविजन प्रिजर्व कर दिओ। जी कंटेंशन कल साडी सी कोर्ट अगे, कोर्ट ने सुन लिया पर उन्होंने ऑर्डर च लिखिया नहीं, है ना। सो साडे लई बड़ा वड्डा इशू सी कि अगे सैटरडे संडे छुट्टी हैगी है, ये जिन्ना डिले होएगा डैड बॉडी खराब ना हो जाए। सो असीं कल रात सारी पटीशन नूं ड्राफ्ट करके मॉर्निंग सुप्रीम कोर्ट फाइल करके इनू फिक्स टू डे करा लिया सी जी उत्थे। ये अज डबल बेंच ते दी सुनवाई हुई है। जस्टिस इंदिरा बैनर्जी और नाल होर उन्हां दे कोलीग सी जी। ਉਹਦੇ ਵਿੱਚ ਕੋਰਟ ਨੇ 2 ਇਸ਼ੂਜ਼ ਨੂੰ ਕੀਤਾ ਹੈ। ਇੱਕ ਤਾਂ ਉਹਨਾਂ ਨੇ ਕੱਲ ਜਿਹੜਾ ਸਾਡਾ ਹਾਈ ਕੋਰਟ ਵਾਲੀ ਜਜਮੈਂਟ ਹੈ ਉਹਨੂੰ ਸੁਪਰਸੀਡ ਕਰ ਦਿੱਤਾ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਆਰਡਰ ਕੀਤਾ ਹੈ ਕਿ ਮੰਡੇ ਇਹਦੀ ਫਰੈਸ਼ ਹੀਅਰਿੰਗ ਹੋਏ। ਜਿਹੜੀਆਂ ਸਾਡੀਆਂ ਕੰਟੈਂਸ਼ਨਸ ਨੇ, ਜਿਹੜੀਆਂ ਸਾਡੀਆਂ ਪਲੀਡਿੰਗਸ ਨੇ, ਉਹਨਾਂ ਨੂੰ ਦੁਬਾਰਾ ਤੋਂ ਸੁਣਿਆ ਜਾਏ। ਦੂਸਰਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਇਹ ਕਹਿ ਦਿੱਤਾ ਹੈ ਕਿ ਜਿਹੜੀ ਡੈਡ ਬੋਡੀ ਹੈਗੀ ਹੈ ਇਹਨੂੰ ਪ੍ਰੀਜ਼ਰਵ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ। ਇਹ 2 ਇਸ਼ੂ ਸੀ ਜੀ ਅੱਜ। पंजाब सरकार बॉडी ਨੂੰ प्रिजर्व करेगी, कितने प्रिजर्व करेगी ਇਹ सरकार खुद डिसाइड करेगी। ਇਹ ਤਾਂ ਸਰਕਾਰ ਨੇ ਦੇਖਣਾ ਕਿ ਉਹਨਾਂ ਕੋ ਐਪਰੋਪ੍ਰੀਏਟ ਅਰੇਂਜਮੈਂਟਸ ਕਿੱਥੇ ਹੈਗੇ ਨੇ। ਸੋ ਜਿੱਥੇ ਵੀ ਉਹਨਾਂ ਨੂੰ ਠੀਕ ਲੱਗਦਾ ਉੱਥੇ ਕੀਤਾ ਜਾ ਸਕਦਾ ਜੀ। ਹੁਣ ਤੁਹਾਡੀ ਜਿਹੜੀ ਪਹਿਲਾਂ ਹਾਈ ਕੋਰਟ ਦੀ ਪਟੀਸ਼ਨ ਸੀ ਜਿਹੜੀ ਸਿੱਧੇ ਤੌਰ ਤੇ ਡਿਸਪੋਜ਼ ਆਫ ਹੁੰਦੀ ਹੋਈ ਨਜ਼ਰ ਆਈ ਸੀ, ਕਿਆ ਉਸੇ ਪਟੀਸ਼ਨ ਤੇ ਦੁਬਾਰਾ ਤੋਂ ਸੁਣਵਾਈ ਹੋਏਗੀ ਜਾਂ ਤੁਸੀਂ ਫਰੈਸ਼ ਪਟੀਸ਼ਨ ਜਿਹੜੀ ਹੈ ਕੋਰਟ ਦੇ ਵਿੱਚ ਫਾਈਲ ਕਰੋਗੇ ਔਰ ਉਸ ਤੋਂ ਬਾਅਦ ਮੰਡੇ ਨੂੰ ਇਸ ਤੇ ਸੁਣਵਾਈ ਹੋਊਗੀ? ਸਾਡੀ ਡਿਸਪੋਜ਼ ਆਫ ਨਹੀਂ ਹੋਈ ਜੀ, ਸਾਡੀ ਇਹਨਾਂ ਨੇ ਕੱਲ ਡਿਸਮਿਸ ਕੀਤੀ ਹੈ, ਹੈ ਨਾ। ਸੋ ਅਸੀਂ ਇਹ ਫਰੈਸ਼ ਪਟੀਸ਼ਨ ਵਿਦ ਫਰੈਸ਼ ਪਾਰਟੀਕੂਲਰਸ ਉਹਨੂੰ ਇੰਪਰੂਵ ਕਰਕੇ ਕੱਲ ਫਾਈਲ ਕਰਾਂਗੇ ਮੰਡੇ ਮਾਰਨਿੰਗ, ਕਿਉਂਕਿ ਸੈਟਰਡੇ ਸੰਡੇ ਛੁੱਟੀ ਹੈਗੇ ਹੈ। ਮੰਡੇ ਫਾਈਲ ਕਰਾਂਗੇ, ਮੰਡੇ ਟੇਕਅਪ ਹੋਏਗੀ ਜੀ। ਲੱਗਦਾ ਇਹੋ ਜਿਹੇ ਗਰਾਊਂਡ ਹੈਗੇ ਕਿ ਫਰੈਸ਼ ਪਟੀਸ਼ਨ ਦੇ ਉੱਪਰ ਜੇਕਰ ਸੁਣਵਾਈ ਹੁੰਦੀ ਹੈ ਤੇ ਫਿਰ ਜੈਪਾਲ ਭੁੱਲਰ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਾਇਆ ਜਾ ਸਕਦਾ ਹੈ? ਬਿਲਕੁਲ ਜੀ। ਮੈਂ ਤਾਂ ਕੱਲ ਵੀ ਦੱਸਿਆ ਸੀ ਕਿ ਇੱਕ ਰੌ ਦਾ ਜਸੂਸ ਮਰਿਆ ਲਾਹੌਰ ਦੇ ਵਿੱਚ, ਭਿੱਖੀ ਪਿੰਡ ਦਾ ਰਹਿਣ ਵਾਲਾ ਸੀ ਸਰਬਜੀਤ। ਉਹਦਾ ਸੈਕਿੰਡ ਪੋਸਟਮਾਰਟਮ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੀਤਾ ਹੈ ਨਾ। ਸੋ ਇਹ ਤਾਂ ਪੰਜਾਬ ਦਾ ਰਹਿਣ ਵਾਲਾ ਮੁੰਡਾ ਹੈ ਤੇ ਵਿਦ ਇਨ ਇੰਡੀਆ ਦੀ ਲਿਮਟ ਹੈ, ਉਹ ਆਪਦੇ ਜੁਰਿਸਡਿਕਸ਼ਨ 'ਚ ਹੀ ਡਿਮਾਂਡ ਕਰ ਰਿਹਾ ਹੈ। ਫਿਰ ਇਹ ਫਰਕ ਕਿਉਂ ਹੈਗਾ ਦੋਨਾਂ ਦੇ ਵਿੱਚ? ਪੈਰਿਟੀ ਹੋਣੀ ਚਾਹੀਦੀ ਹੈ। ਜਿਹੜਾ ਕ੍ਰਾਈਮ ਹੈ ਉਹ ਤਾਂ ਕ੍ਰਾਈਮ ਹੀ ਹੈਗਾ, ਚਾਹੇ ਉਹ ਲਾਹੌਰ ਦੇ ਵਿੱਚ ਹੋ ਗਿਆ, ਚਾਹੇ ਉਹ ਇੱਥੇ ਪੰਜਾਬ ਦੇ ਵਿੱਚ ਕਰ ਦਿੱਤਾ, ਚਾਹੇ ਕਲਕੱਤੇ ਦੇ ਵਿੱਚ ਕਰ ਦਿੱਤਾ ਹੈ।
ਸਾਡਾ ਕੁਐਸਚਨ ਬਹੁਤ ਕਲੀਅਰ ਹੈ ਕਿ ਅਗਰ ਪੰਜਾਬ ਸਰਕਾਰ ਕਲੇਮ ਕਰਦੀ ਹੈ, ਅਗਰ ਪੰਜਾਬ ਪੁਲਿਸ ਕਹਿੰਦੀ ਹੈ ਕਿ ਇਹ ਇਨਕਾਊਂਟਰ ਹੈ, ਪੋਸਟਮਾਰਟਮ ਬਿਲਕੁਲ ਠੀਕ ਹੈਗਾ, ਤੇ ਫਿਰ ਇਹਨਾਂ ਨੂੰ ਇਤਰਾਜ਼ ਕੀ ਹੈ ਸੈਕਿੰਡ ਪੋਸਟਮਾਰਟਮ ਕਰਾਉਣ 'ਚ? ਕੱਲ ਜਿਹੜੀ ਜੱਜ ਸਾਹਿਬ ਸੀ ਉਹਦੇ ਵਿੱਚ ਵੱਡਾ ਡਰਾਬੈਕ ਇਹ ਸੀ ਕਿ ਜੱਜ ਸਾਹਿਬ ਨੂੰ ਨੋਟਿਸ ਕਰਨਾ ਚਾਹੀਦਾ ਸੀ। ਨਾ ਤਾਂ ਉਹਨਾਂ ਨੇ ਕੋਈ FIR ਦੀ ਕਾਪੀ ਦੇਖੀ, ਨਾ ਉਹਨਾਂ ਨੇ ਪੋਸਟਮਾਰਟਮ ਦੀ ਰਿਪੋਰਟ ਦੇਖੀ ਹੈ। ਸਿੱਧਾ ਵਨ ਸਾਈਡਡ ਕਿ ਜੁਰਿਸਡਿਕਸ਼ਨ ਨਹੀਂ ਹੈਗਾ, ਮੈਂ ਇਹਨੂੰ ਸੁਣਾਂਗੀ ਨਹੀਂ, ਡਿਸਮਿਸ ਕਰ ਦਿੱਤਾ। ਸੋ ਅਸੀਂ ਮਹਿਸੂਸ ਕਰਦੇ ਹਾਂ, ਕੱਲ ਵੀ ਕੋਰਟ 'ਚ ਕਿਹਾ ਸੀ ਕਿ ਹਾਈਪਰ ਟੈਕਨੀਕਲ ਹੋਣ ਦੀ ਲੋੜ ਨਹੀਂ ਹੁੰਦੀ ਕੋਰਟ 'ਚ ਇਹਨਾਂ ਨੂੰ। ਅਗਰ ਮਾਈਨਰ ਟੈਕਨੀਕਲ ਇਸ਼ੂਜ਼ ਆਉਂਦੇ ਨੇ ਤੇ ਕੋਰਟ ਨੂੰ ਇਗਨੋਰ ਕਰ ਦੇਣਾ ਚਾਹੀਦਾ ਹੈ। ਕੋਰਟਸ ਜਿਹੜੀਆਂ ਖਾਸ ਤੌਰ ਤੇ ਹਾਈ ਕੋਰਟਸ ਨੇ, ਇਹਨਾਂ ਕੋਲ 482 'ਚ ਬਹੁਤ ਵਾਈਡ ਪਾਵਰਸ ਨੇ। ਲੋਕ ਮਹਿਸੂਸ ਕਰਦੇ ਨੇ ਵੀ ਕੋਰਟਸ ਜਸਟਿਸ ਡਿਲੀਵਰ ਕਰਨਾ ਚਾਹੀਦਾ ਹੈ, ਨਾ ਕਿ ਇਹਨਾਂ ਨੂੰ ਟੈਕਨੀਕਲ ਰੂਲਸ ਲਾਗੂ ਕਰਨੇ ਚਾਹੀਦੇ ਨੇ। ਅੱਜ ਕੀ ਗਰਾਊਂਡ ਰਹੇ ਤੁਹਾਡੇ ਸੁਪਰੀਮ ਕੋਰਟ ਦੇ ਵਿੱਚ? ਅੱਜ ਜਿਹੜੀ ਪਟੀਸ਼ਨ ਲੱਗੀ ਉਸ ਦੇ ਵਿੱਚ ਕੀ ਗਰਾਊਂਡ ਰਹੇ, ਔਰ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਉੱਥੇ ਫੋਟੋਗ੍ਰਾਫਸ ਵੀ ਵਿਖਾਈਆਂ ਗਈਆਂ, ਵੀਡੀਓ ਵੀ ਵਿਖਾਈਆਂ ਗਈਆਂ ਜੈਪਾਲ ਭੁੱਲਰ ਦੀ ਡੈੱਡ ਬੋਡੀ ਦੀ? ਜੋ ਬਿਲਕੁਲ ਉਹ ਤੇ ਅਸੀਂ ਇਸ ਹਾਈ ਕੋਰਟ ਨੂੰ ਵੀ ਦਿਖਾਈਆਂ ਸੀ, ਸੁਪਰੀਮ ਕੋਰਟ ਨੂੰ ਵੀ ਦਿਖਾਈਆਂ ਨੇ, ਔਰ ਸਾਰਿਆਂ ਦੇ ਨੋਟਿਸ ਹੈਗੀਆਂ ਨੇ। ਸੋ ਉਹ ਤਾਂ ਕਲੀਅਰ ਕੇਸ ਹੈਗਾ। ਮਤਲਬ ਅਸੀਂ ਫਿਲਹਾਲ ਤੇ ਇਸ ਡਿਬੇਟ ਵਿੱਚ ਨਹੀਂ ਜਾ ਰਹੇ ਕਿ ਇਹ ਟਾਰਚਰ ਹੈਗਾ ਕਿ ਨਹੀਂ ਹੈਗਾ, ਇਹ ਫੇਕ ਇਨਕਾਊਂਟਰ ਹੈ ਕਿ ਜੈਨੂਇਨ ਇਨਕਾਊਂਟਰ ਹੈ। ਸਾਡੀ ਤਾਂ ਇੱਕ ਸਿੰਪਲ ਹੈਗੀ ਹੈ ਕਿ ਸਾਡਾ ਸੈਕਿੰਡ ਪੋਸਟਮਾਰਟਮ ਕਰੋ, ਜਿਹੜਾ ਸਾਡਾ ਲੀਗਲ ਰਾਈਟ ਹੈ। ਆਰਟੀਕਲ 21 ਕਨਸਟੀਟਿਊਸ਼ਨ ਆਫ ਇੰਡੀਆ ਕਹਿੰਦਾ ਹੈ ਕਿ ਜਿਹੜੇ ਵਿਕਟਮਸ ਨੇ ਉਹਨਾਂ ਦੀ ਫੈਮਿਲੀ ਦਾ ਰਾਈਟ ਹੈ ਇਹ ਜਾਣਨਾ ਕਿ ਉਹਨਾਂ ਦੇ ਬੱਚੇ ਦੀ ਮੌਤ ਕਿਵੇਂ ਹੋਈ ਹੈ। ਤੇ ਸੋ ਸਾਰਾ ਕੁਝ ਤਾਂ ਵਿਦਿਨ ਜੁਰਿਸਡਿਕਸ਼ਨ ਹੋ ਰਿਹਾ ਹੈ। ਤੇ ਇਹ ਸਰਕਾਰ ਜੇ ਗਲਤ ਨਹੀਂ ਹੈਗੀ, ਜੇ ਪੰਜਾਬ ਪੁਲਿਸ ਨੇ ਕੁਝ ਗਲਤ ਨਹੀਂ ਕੀਤਾ, ਤੇ ਇਹਨਾਂ ਨੂੰ ਤਾਂ ਆਪ ਵੈਲਕਮ ਕਰਨਾ ਚਾਹੀਦਾ ਹੈ। ਅਸੀਂ ਬੰਬੇ ਹਾਈ ਕੋਰਟ ਦਾ ਇੱਕ ਫੈਸਲਾ ਲਾਇਆ ਸੀ ਜਿਹਦੇ ਵਿੱਚ ਆਪ ਡਿਪਟੀ ਕਮਿਸ਼ਨਰ ਨੇ ਕਿਹਾ ਸੀ ਕਿ ਸੈਕਿੰਡ ਪੋਸਟਮਾਰਟਮ ਹੋਣਾ ਚਾਹੀਦਾ ਹੈ। ਇੱਦਾਂ ਹੀ ਸਾਡੇ ਪੰਜਾਬ ਐਂਡ ਹਰਿਆਣੇ ਹਾਈ ਕੋਰਟ ਦੇ ਵਿੱਚ ਹਰਿਆਣੇ ਦਾ ਮੈਟਰ ਸੀ, ਉਹਦੇ ਵਿੱਚ ਵੀ ਸੈਕਿੰਡ ਪੋਸਟਮਾਰਟਮ ਹੋਇਆ ਹੈ। ਤੇ ਸੋ ਕੋਈ ਪ੍ਰੈਸੀਡੈਂਟ ਹੈਗਾ ਹੈ, ਕੋਈ ਨਵੀਂ ਗੱਲ ਨਹੀਂ ਅਸੀਂ ਕਰ ਰਹੇ। ਲੇਕਿਨ ਐਡਵੋਕੇਟ ਸਾਹਿਬ, ਅਗਰ ਆਪਾਂ ਓਕੂ ਦੀ ਟੀਮ ਦੀ ਗੱਲ ਕਰੀਏ, ਓਕੂ ਦੀ ਟੀਮ ਕਹਿੰਦੀ ਨਜ਼ਰ ਆ ਰਹੀ ਹੈ ਕਿ ਅਸੀਂ ਐਨਕਾਊਂਟਰ ਨਹੀਂ ਕੀਤਾ, ਅਸੀਂ ਸਿਰਫ ਜਿਹੜੀ ਕੋਲਕਾਤਾ ਪੁਲਿਸ ਹੈ ਉਸ ਨੂੰ ਇਨਫੋਰਮੇਸ਼ਨ ਦਿੱਤੀ ਸੀ, ਇਨਫੋਰਮੇਸ਼ਨ ਦੇ ਤਹਿਤ STF ਕੋਲਕਾਤਾ ਜਿਹੜੀ ਗਈ ਹੈ ਉਸਨੇ ਐਨਕਾਊਂਟਰ ਕੀਤਾ ਹੈ। ਤੇ ਤੁਹਾਨੂੰ ਕੋਲਕਾਤਾ ਪੁਲਿਸ ਤੇ ਵੀ ਭਰੋਸਾ ਨਹੀਂ ਹੈ ਕਿ ਕੋਲਕਾਤਾ ਪੁਲਿਸ ਜਿਹੜੀ ਹੈ ਉਹ ਫੇਅਰ ਇਨਵੈਸਟੀਗੇਸ਼ਨ ਨਹੀਂ ਕਰ ਸਕੀ ਇਸ ਮਾਮਲੇ ਦੀ? ਦੇਖੋ ਜੀ, ਕਲਕੱਤਾ ਪੁਲਿਸ ਤਾਂ ਕਹਿ ਰਹੀ ਹੈ ਵੀ ਇਹ ਐਕਸਕਲੂਸਿਵ ਆਪਰੇਸ਼ਨ ਪੰਜਾਬ ਪੁਲਿਸ ਦਾ ਸੀ, ਅਸੀਂ ਤਾਂ ਅਸਿਸਟ ਕੀਤਾ, ਸਾਡਾ ਕੋਈ ਰੋਲ ਨਹੀਂ ਹੈਗਾ, ਹਨਾ। ਜਿਹੜੇ ਬੰਗਾਲੀ ਲੋਕ ਨੇ ਬੜੇ ਪੀਸ ਲਵਿੰਗ ਹੈਗੇ ਨੇ, ਉੱਥੇ ਕਦੇ ਐਵੇਂ ਦੀ ਗੱਲ ਹੋਈ ਨਹੀਂ। ਬੰਗਾਲ ਦੇ ਵਿੱਚ ਪਹਿਲੇ ਵੀ 2 ਫੇਕ ਇਨਕਾਊਂਟਰ ਪੰਜਾਬ ਪੁਲਿਸ ਨੇ ਕੀਤੀ ਸੀ, ਉਹਨਾਂ ਦੋਨਾਂ ਕੇਸਾਂ ਦੇ ਵਿੱਚ ਕਨਵਿਕਸ਼ਨਸ ਹੋਈਆਂ ਨੇ, ਹਨਾ। ਇੱਕ ਰਾਨੀਗੰਜ ਦੇ ਵਿੱਚ BSF ਨੇ ਇਨਕਾਊਂਟਰ ਕੀਤਾ ਸੀ। ਸੋ ਮੈਂ ਮਹਿਸੂਸ ਕਰਦਾ ਕਿ ਮਮਤਾ ਬੈਨਰਜੀ ਨੂੰ ਐਟ ਇਟਸ ਓਨ ਬੜੀ ਅੱਛੀ ਲੇਡੀ ਹੈ, ਉਹਨੂੰ ਚਾਹੀਦਾ ਸੀ ਇੰਨੀ ਦੇਰ ਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿੰਦੀ, ਪਰ ਉਹਨੇ ਵੀ ਕੋਈ ਸੋ ਮੋਟੋ ਨਹੀਂ ਲਿਆ ਟਿਲ ਡੇਟ। ਕੀ ਲੱਗਦਾ ਕਿਉਂ ਇਹੋ ਜੀ ਨੌਬਤ ਬਣੀ ਕਿ ਜੈਪਾਲ ਭੁੱਲਰ ਔਰ ਜਸਪ੍ਰੀਤ ਖੜਰ ਦਾ ਐਨਕਾਊਂਟਰ ਕਰਨਾ ਪਿਆ? ਇਹ ਦੇਖੋ 5-7 ਮਹੀਨੇ ਪਹਿਲੇ ਜੈਪਾਲ ਨੇ ਆਪਦੇ ਬਾਪ ਨਾਲ ਸੰਪਰਕ ਕੀਤਾ ਸੀ। ਬਾਪ ਕਹਿੰਦਾ ਸੀ ਵੀ ਤੂੰ ਸਰੈਂਡਰ ਕਰ ਦੇ। ਉਹਨੇ ਕਿਹਾ ਕਿ ਨਹੀਂ, ਮੈਨੂੰ ਪਤਾ ਵੀ ਮੈਂ ਅੱਜ ਮਰਾਂ, 8 ਮਹੀਨੇ ਬਾਅਦ ਮਰਾਂ, ਸਾਲ ਬਾਅਦ ਮਰਾਂ, ਮੈਨੂੰ ਪੁਲਿਸ ਨੇ ਮੇਰਾ ਇਨਕਾਊਂਟਰ ਹੀ ਕਰਨਾ, ਇਹਨਾਂ ਨੇ ਮੈਨੂੰ ਛੱਡਣਾ ਨਹੀਂ ਜੇ ਮੈਂ ਸਰੈਂਡਰ ਕਰਦਾ ਤਾਂ। ਕਿਉਂਕਿ ਉਹਦੇ ਫਾਦਰ ਨੇ ਲਾਸਟ ਡੇਜ਼ ਡਿਸਕਲੋਜ਼ ਕੀਤਾ ਸੀ ਕਿ ਕੋਈ ਕਾਂਗਰਸ ਰੂਲਿੰਗ ਪਾਰਟੀ ਦੇ ਬਹੁਤ ਵੱਡੇ ਲੀਡਰ ਉਹਦੇ ਪਿੱਛੇ ਪਏ ਹੋਏ ਸੀ। ਉਹਦਾ ਜਿਹੜਾ ਮਰਡਰ ਸੀ ਉਹ ਤੈਅ ਹੀ ਹੈਗਾ ਸੀ। ਕਿਉਂ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਪੋਲੀਟੀਕਲ ਪਾਰਟੀਆਂ ਆਪਣੀ ਯੂਜ਼ ਲਈ ਗੈਂਗਸਟਰ ਖੜੇ ਕਰਦੀਆਂ ਨੇ ਔਰ ਬਾਅਦ ਦੇ ਵਿੱਚ ਜਦੋਂ ਯੂਜ਼ ਖਤਮ ਹੋ ਜਾਂਦਾ ਹੈ ਮਰਵਾ ਦਿੰਦੀਆਂ ਨੇ, ਕਿਆ ਉਹੀ ਗੱਲ ਇੱਥੇ ਵੀ ਲਾਗੂ ਹੁੰਦੀ ਹੈ? ਪਹਿਲੀ ਗੱਲ ਹੈ ਕਿ ਗੈਂਗਸਟਰ ਵਰਡ ਜਿਹੜਾ ਮੀਡੀਆ ਪੁਲਿਸ ਤਾਂ ਕਹਿੰਦੀ ਹੈਗੀਆਂ ਨੇ ਜੀ, ਪੁਲਿਸ ਤਾਂ ਆਪਦੇ ਆਪ ਨੂੰ, ਮਤਲਬ ਅੰਗਰੇਜ਼ੀ ਦੀ ਕਹਾਵਤ ਹੈ ਨਾ, ਗਿਵ ਅ ਬੈਡ ਨੇਮ ਟੂ ਦਾ ਡੌਗ ਐਂਡ ਕਿਲ ਹਿਮ। ਇਹ ਪੰਜਾਬ ਪੁਲਿਸ ਕੋਲੇ ਪਹਿਲੇ ਇਹ ਸੀ, ਕਹਿੰਦੀ ਸੀ ਵੀ ਇਹ ਅੱਤਵਾਦੀ ਹੈ, ਹਨਾ, ਇਹ ਟੈਰੋਰਿਸਟ ਹੈ, ਗੋਲੀ ਮਾਰ ਦਿਓ। ਹੁਣ ਜਿਹਨੂੰ ਗੋਲੀ ਮਾਰਨੀ ਹੈ ਕਹਿੰਦੇ ਨੇ ਗੈਂਗਸਟਰ ਹੈਗਾ। ਜਦੋਂ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਦਾ ਆਰਟੀਕਲ 20 ਬਹੁਤ ਕਲੀਅਰ ਕਹਿੰਦਾ ਹੈ, ਉਹਦੇ 'ਚ ਹੈਗਾ ਕਿ ਪ੍ਰੈਜ਼ੰਪਸ਼ਨ ਆਫ ਇਨੋਸੈਂਸ, ਜਦ ਤੱਕ ਕੋਰਟ ਕਿਸੇ ਨੂੰ ਗਿਲਟੀ ਡਿਕਲੇਅਰ ਨਹੀਂ ਕਰਦੀ, ਤੁਸੀਂ ਕਿਸੇ ਨੂੰ ਗੈਂਗਸਟਰ, ਕਿਸੇ ਨੂੰ ਟੈਰਰਿਸਟ, ਕਿਸੇ ਨੂੰ ਮਿਲੀਟੈਂਟ, ਕਿਸੇ ਨੂੰ ਰੈਡੀਕਲ ਨਹੀਂ ਕਹਿ ਸਕਦੇ। ਸੋ ਇਹ ਜਿਹੜੀ ਪੁਲਿਸ ਜਿਹੜੀ ਹੈ, ਇਹ ਤਾਂ ਹੁਣ ਇੱਥੇ ਅਕਾਲੀ ਦਲ ਅੰਮ੍ਰਿਤਸਰ ਦੇ ਇੱਕ ਲੀਡਰ ਨੇ ਸਿਮਰਨਜੀਤ ਸਿੰਘ ਮਾਨ, ਮੈਂ ਉਹਨਾਂ ਦਾ ਵਕੀਲ ਹਾਂ,
ਉਹਨਾਂ ਤੇ 73 ਐਫਆਈਆਰਸ ਕੀਤੀਆਂ ਔਰ 73 ਦੇ ਵਿੱਚੋਂ ਕੁਟਲ ਹੋ ਗਿਆ। ਤੇ ਜਿਹੜੀ ਜੇ ਤੁਸੀਂ ਸਾਡਾ ਡਾਟਾ ਦੇਖੋਗੇ ਤੇ ਮੈਜੋਰਿਟੀ ਕੇਸਸ ਦੇ ਵਿੱਚ ਕ੍ਰਿਮੀਨਲ ਕੇਸਸ ਦੇ ਵਿੱਚ ਲੋਕ ਅਕੁਟਲ ਹੁੰਦੇ ਆ, ਪੁਲਿਸ ਦੀਆਂ ਸਟੋਰੀਆਂ ਸਾਰੀਆਂ ਝੂਠੀਆਂ ਨਿਕਲਦੀਆਂ ਨੇ ਜੀ, ਹੈ ਨਾ। ਸੋ ਮੀਡੀਆ ਦਾ ਫਰਜ਼ ਬਣਦਾ ਹੈ ਕਿ ਜਿਹੜੇ ਪੁਲਿਸ ਦੇ ਵਰਡਸ ਉਹੀ ਮੈਂ ਤੁਹਾਡੇ ਤੋਂ ਸਿਮਰਨ ਜੀ, ਮੈਂ ਤੁਹਾਡੇ ਤੋਂ ਉਹੀ ਜਾਣਨਾ ਚਾਹਨਾ ਕਿ ਆਖਿਰ ਇਸ ਐਨਕਾਊਂਟਰ ਦੀ ਕੀ ਲੋੜ ਪੈ ਗਈ, ਕੀ ਰੀਜ਼ਨ ਇਹੋ ਜਿਹੇ ਬਣ ਗਏ ਕਿ ਇਸ ਦਾ ਐਨਕਾਊਂਟਰ ਕਰਨਾ ਪਿਆ, ਜਦੋਂ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਕੋਲਕਾਤਾ ਪੀਸਫੁਲ ਐਕਸ਼ਨ ਲੈਂਦੀ ਹੈ, ਕੋਲਕਾਤਾ ਪੁਲਿਸ ਜਿਹੜੀ ਹੈ, ਬੰਗਾਲੀ ਲੋਕ ਜਿਹੜੇ ਨੇ ਬੜੇ ਪੀਸਫੁਲ ਨੇ, ਉਹ ਐ ਨਹੀਂ ਕਰ ਸਕਦੇ, ਤੇ ਫਿਰ ਓਕੂ ਨੂੰ ਇਹੀ ਐਨਕਾਊਂਟਰ ਕਿਉਂ ਕਰਨਾ ਪਿਆ? ਕਿਉਂਕਿ ਓਕੂ ਜਿਹੜਾ ਕਹਿੰਦਾ ਨਜ਼ਰ ਆ ਰਿਹਾ ਕਿ ਕ੍ਰੋਸ ਫਾਇਰਿੰਗ ਹੋਈ ਹੈ, ਉਹਨਾਂ ਨੇ ਫਾਇਰ ਕੀਤਾ ਤਾਂ ਜਵਾਬੀ ਕਾਰਵਾਈ ਪੁਲਿਸ ਨੇ ਕੀਤੀ ਔਰ ਉਹ ਮਰੇ ਨੇ। ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਹੈ, ਕਦੇ ਤੁਸੀਂ ਦੇਖਿਆ ਹੈ ਕਿ ਜਦੋਂ ਇਨਕਾਊਂਟਰ ਹੋਣਾ ਹੋਏ ਛੋਟੇ ਕਮਰੇ ਦੇ ਵਿੱਚ ਬੰਦਾ ਪਹਿਲੇ ਆਪ ਦਾ ਪਜਾਮਾ ਲਾ ਦਿੰਦਾ ਹੈ, ਫਿਰ ਉਹ ਕੱਛਾ ਪਾ ਲੈਂਦਾ ਹੈ ਨਾ। ਕੱਛਾ ਇਸ ਕਰਕੇ ਪਾਉਂਦਾ ਵੀ ਉਹਨੇ ਗੋਲੀ ਚਲਾਉਣੀ ਹੈ ਤੇ ਉਹਨੇ ਫਿਰ ਉਹ ਸੋਫੇ ਤੇ ਬਹਿ ਜਾਂਦਾ ਹੈ। ਇਹ ਸਪੋਰਟਸ ਪਰਸਨ ਸੀ, ਦਲੇਰ ਮੁੰਡੇ ਸੀ, ਜਿਨ੍ਹਾਂ ਨੇ ਪੁਲਿਸ ਦਾ ਮੁਕਾਬਲਾ ਕਰਨਾ ਹੁੰਦਾ ਹੈ। ਤੇ ਮੁਕਾਬਲੇ ਫਿਰ ਪੰਜਾਬ 'ਚ ਵੀ ਹੋਏ ਨੇ, ਪੁਲਿਸ ਨੂੰ ਪਤਾ ਹੈ ਮੁਕਾਬਲੇ ਕਿਹੋ ਜਿਹੇ ਹੁੰਦੇ। ਮੁਕਾਬਲਿਆਂ ਦੇ ਵਿੱਚ ਤੇ ਫਿਰ ਪੁਲਿਸ ਨੂੰ ਪਤਾ ਵੀ ਇਹਦੇ ਨਾਲ ਕੀ ਬਣਦਾ ਹੈ। ਸੋ ਤੁਸੀਂ ਬੰਦਿਆਂ ਨੂੰ ਮਾਰਿਆ, ਇੱਕ ਨੂੰ ਬੈੱਡ ਤੇ ਬਿਠਾਤਾ, ਇੱਕ ਨੂੰ ਸੋਫੇ ਤੇ ਬਿਠਾਤਾ। ਜਿਹੜਾ ਮੁਕਾਬਲਾ ਕਰਦਾ ਬੰਦਾ ਕਦੇ ਵੀ ਸੋਫੇ ਤੇ ਬੈੱਡ ਤੇ ਨਹੀਂ ਬੈਠਦਾ ਹੁੰਦਾ ਜੀ। ਤੁਸੀਂ ਦੱਸੋ ਕਿ ਬੈੱਡ ਔਰ ਸੋਫੇ ਤੇ ਬਹਿ ਕੇ ਕਿਸੇ ਪੋਜੀਸ਼ਨ 'ਚ ਤੁਸੀਂ ਮੁਕਾਬਲਾ ਕਰ ਸਕਦੇ ਹੋ? ਇਹ ਲੇਮੈਨ ਤਾਂ ਹੈ ਨਹੀਂ ਸੀ। ਹੁਣ ਤੁਹਾਨੂੰ ਆਸ ਵੱਜ ਰਹੀ ਹੈ ਕਿ ਸੁਪਰੀਮ ਕੋਰਟ ਦੀ ਜਿਹੜੀ ਜਜਮੈਂਟ ਆਈ ਹੈ, ਜਿਹੜਾ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਕੀਤੀਆਂ, ਉਸ ਤੋਂ ਬਾਅਦ ਜਿਹੜਾ ਪੋਸਟਮਾਰਟਮ ਦੀ ਤੁਸੀਂ ਡਿਮਾਂਡ ਕਰ ਰਹੇ ਹੋ, ਉਸ ਦਾ ਰਾਹ ਜਿਹੜਾ ਉਹ ਸੁਖਾਲਾ ਹੁੰਦਾ ਨਜ਼ਰ ਆਊਗਾ? ਦੇਖੋ ਜੀ, ਪੋਸਟਮਾਰਟਮ ਨਾਲੇ ਬਹੁਤ ਸੱਚ ਸਾਹਮਣੇ ਆ ਜਾਣਾ ਹੈ। ਉਸ ਤੋਂ ਬਾਅਦ ਫਿਰ ਅਸੀਂ ਸਾਰੀ ਐਵੀਡੈਂਸ ਕਲੈਕਟ ਕਰ ਰਹੇ ਹਾਂ। ਫਿਰ ਇਸ ਕੇਸ ਦੇ ਵਿੱਚ ਬੜੇ ਵੱਡੇ ਪੋਲੀਟੀਸ਼ੀਅਨ, ਪੁਲਿਸ ਅਫਸਰਸ ਵੀ ਆਉਣਗੇ ਔਰ ਸਾਰਾ ਕੁਝ ਸੱਚ ਦਾ ਸੱਚ ਆਪਾਂ ਸਾਹਮਣੇ ਲੈ ਕੇ ਆਵਾਂਗੇ। ਬਿਲਕੁਲ। ਦੇਖੋ, ਸੁਪਰੀਮ ਕੋਰਟ ਦਾ ਇੱਕ ਵੱਡਾ ਆਰਡਰ ਆਇਆ ਜਿਸ ਦੇ ਵਿੱਚ ਹਾਈ ਕੋਰਟ ਦੇ ਜਿਹੜੇ ਕੱਲ ਦੇ ਆਰਡਰ ਸੀ ਉਸ ਨੂੰ ਸੁਪਰਸੀਡ ਕੀਤਾ ਗਿਆ ਹੈ। ਪੰਜਾਬ ਸਰਕਾਰ ਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਨੇ ਕਿ ਜਦ ਤੱਕ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਸੁਣਵਾਈ ਦੁਬਾਰਾ ਤੋਂ ਨਹੀਂ ਹੁੰਦੀ, ਕੋਈ ਫੈਸਲਾ ਨਹੀਂ ਹੁੰਦਾ, ਤਦ ਤੱਕ ਜੈਪਾਲ ਭੁੱਲਰ ਦੀ ਜਿਹੜੀ ਬਾਡੀ ਹੈ ਉਸ ਨੂੰ ਪ੍ਰੀਜ਼ਰਵ ਕੀਤਾ ਜਾਏ। ਔਰ ਹਾਈ ਕੋਰਟ ਨੂੰ ਵੀ ਡਾਇਰੈਕਸ਼ਨ ਨੇ ਕਿ ਹਾਈ ਕੋਰਟ ਵੀ ਇਸ ਮਾਮਲੇ ਦੇ ਉੱਪਰ ਫਰੈਸ਼ ਹੀਅਰਿੰਗ ਕਰੇ। ਸੋਮਵਾਰ ਨੂੰ ਫਰੈਸ਼ ਹੀਅਰਿੰਗ ਹੁੰਦੀ ਨਜ਼ਰ ਆਏਗੀ। ਵੇਖਣ ਵਾਲੀ ਗੱਲ ਰਹੇਗੀ ਇਸ ਫਰੈਸ਼ ਹੀਅਰਿੰਗ ਦੇ ਵਿੱਚ ਕਿ ਕੁਝ ਤੱਥ ਜਿਹੜੇ ਨੇ ਜੈਪਾਲ ਦਾ ਪਰਿਵਾਰ ਜਿਹੜਾ ਉਹ ਕੋਰਟ ਦੇ ਸਮਕਸ਼ ਰੱਖਦਾ ਔਰ ਉਸ ਤੱਥਾਂ ਦੇ ਆਧਾਰ ਤੇ ਕੋਰਟ ਜਿਹੜੀ ਹੈ ਉਹ ਕੀ ਕੁਝ ਫੈਸਲਾ ਲੈ ਪਾਉਂਦੀ ਹੈ। ਕੈਮਰਾਮੈਨ ਵਿਕਾਸ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।